ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਅਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਗੁਰੂ ਸਵਾਰੇ ਗੁਰੂ ਦੁਲਾਰੇ ਸਤਸੰਗੀ ਜਨੋ, ਬੜੇ ਪਿਆਰ ਅਤੇ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਣ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੇ ਸ਼ਲੋਕ ਦਾ ਹੈ। ਆਓ ਇਸ ਦੀ ਵਿਚਾਰ ਸਰਵਣ ਕਰੋ ਜੀ। ਗੁਰੂ ਨਾਨਕ ਦੇਵ ਜੀ ਦੀ ਅਗੰਮੀ ਰਚਨਾ ਸ਼ਲੋਕ ਤੋਂ ਪ੍ਰਾਰੰਭ ਹੋਈ ਅਤੇ ਸ਼ਲੋਕ ਤੇ ਸੰਪੂਰਨ ਹੋਈ। ਜਪਜੀ ਸਾਹਿਬ ਦਾ ਪ੍ਰਥਮ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਸ ਅੰਤਮ ਸ਼ਲੋਕ ਵਿੱਚ ਗੁਰਦੇਵ ਪਾਤਸ਼ਾਹ ਬਹੁਤ ਸੁੰਦਰ ਬਖਸ਼ਿਸ਼ ਕਰਦੇ ਹਨ। ਇਸ ਪਾਵਨ ਅਤੇ ਪਵਿੱਤਰ ਸ਼ਲੋਕ ਵਿੱਚ ਗਿਆਨ ਦਾ, ਧਿਆਨ ਦਾ, ਧਰਮ ਦਾ, ਮਨੁੱਖਤਾ ਦਾ ਸਾਰੇ ਦਾ ਸਾਰਾ ਸਾਰ ਗੁਰੂ ਪਾਤਸ਼ਾਹ ਜੀ ਬਹੁਤ ਸੁੰਦਰ ਤਰੀਕੇ ਨਾਲ ਚਿਤਰਨ ਕਰ ਰਹੇ ਹਨ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤਿੰਨ ਹੀ ਰਿਸ਼ਤੇ ਸੰਸਾਰ ਵਿੱਚ ਪ੍ਰਮੁੱਖ ਨੇ ਅਤੇ ਇਹਨਾਂ ਰਿਸ਼ਤਿਆਂ ਤੋਂ ਬਾਅਦ ਬਾਕੀ ਰਿਸ਼ਤੇ ਚੱਲਦੇ ਨੇ। ਗੁਰੂ ਦਾ ਰਿਸ਼ਤਾ, ਮਾਤਾ ਦਾ ਰਿਸ਼ਤਾ ਅਤੇ ਪਿਤਾ ਦਾ ਰਿਸ਼ਤਾ। ਅਗਰ ਮਾਂ ਬਾਪ ਨਹੀਂ ਤਾਂ ਬਾਕੀ ਰਿਸ਼ਤਿਆਂ ਦਾ ਜਨਮ ਨਹੀਂ ਹੁੰਦਾ। ਇਸੇ ਤਰੀਕੇ ਨਾਲ ਅਧਿਆਤਮਕ ਮੰਡਲ ਵਿੱਚ ਗੁਰੂ ਨਹੀਂ ਤਾਂ ਮਨੁੱਖ ਵਿੱਚ ਆਨੰਦ ਕਿੱਥੇ, ਸਹਿਜ ਕਿੱਥੇ, ਸੱਚ ਕਿੱਥੇ, ਸ਼ੀਤਲਤਾ ਕਿੱਥੇ ਹੈ। ਸੰਸਾਰਿਕ ਪਰਿਵਾਰ ਦਾ ਮੂਲ ਨੇ ਮਾਤਾ ਪਿਤਾ, ਅਧਿਆਤਮਕ ਮੰਡਲ ਦਾ ਮੂਲ ਹੈ ਗੁਰੂ। ਗੁਰੂ ਦੀ ਪ੍ਰਾਪਤੀ ਲਈ ਖੋਜ ਕਰਨੀ ਪੈਂਦੀ ਹੈ। ਜਿਸ ਦੇ ਕੋਲ ਮਾਤਾ ਪਿਤਾ ਨੇ ਉਸਦੇ ਕੋਲ ਸਰੀਰ ਦਾ ਮੂਲ ਹੈ। ਜਿਸ ਦੇ ਕੋਲ ਗੁਰੂ ਹੈ ਉਸਦੇ ਕੋਲ ਮਨ ਦਾ ਮੂਲ ਹੈ, ਚੇਤਨਾ ਦਾ ਮੂਲ ਹੈ। ਭਾਰਤ ਦੇਸ਼ ਵਿੱਚ ਇਹ ਪਰੰਪਰਾ ਰਹੀ ਹੈ ਕਿ ਮੂਲ ਮਹਾਨ ਹੈ। ਸਰੀਰ ਦਾ ਮੂਲ ਮਾਂ ਬਾਪ ਨੇ, ਇਸ ਕਰਕੇ ਆਦਿਕਾਲ ਤੋਂ ਹੀ ਲੋਕ ਮਾਂ ਬਾਪ ਦੇ ਚਰਨਾਂ 'ਤੇ ਮੱਥਾ ਟੇਕਦੇ ਆਏ ਨੇ, ਕਿਉਂਕਿ ਮੂਲ ਤੋਂ ਵੱਡਾ ਕੋਈ ਨਹੀਂ ਹੈ। ਧਰਮ ਦੀ ਦੁਨੀਆ ਵਿੱਚ ਗੁਰੂ ਹੀ ਸਭ ਕੁਝ ਹੈ। ਸੰਸਾਰ ਦੀ ਸਾਰੀ ਪਰੰਪਰਾ ਮਾਂ ਬਾਪ ਤੋਂ ਸ਼ੁਰੂ ਹੁੰਦੀ ਹੈ। ਧਰਮ ਦੀ ਦੁਨੀਆ ਗੁਰੂ ਤੋਂ ਸ਼ੁਰੂ ਹੁੰਦੀ ਹੈ। ਪਰ ਸਵਾਲ ਹੈ, ਮਾਂ ਬਾਪ ਪ੍ਰਭੂ ਨੇ ਦਿੱਤੇ, क्या गुरु भी प्रभु ने देता है? साहिब दा श्लोक ਤਾਂ ਕੁਝ ਐਸਾ ਹੀ ਕਹਿ ਰਿਹਾ ਹੈ ਕਿ ਗੁਰੂ भी परमात्मा ਦੀ ਹੀ ਦੇਣ ਹੈ, ਜੈਸੇ ਕਿ ਮਾਂ ਬਾਪ ਦੇਣ ਨੇ। ਇਸ ਜੀਵਨ ਵਿੱਚ ਪਵਨ ਗੁਰੂ ਹੈ, ਪਾਣੀ ਪਿਤਾ ਹੈ, ਧਰਤੀ ਮਾਂ ਹੈ। ਇਸ ਨੂੰ ਸਪਸ਼ਟ ਕਰੀਏ। ਜਿਵੇਂ ਬੋਲਣ ਨਾਲ ਸੰਬੰਧ ਜੁੜਦੇ ਨੇ, ਪਵਨ ਕਰਕੇ ਅਸੀਂ ਬੋਲਦੇ ਹਾਂ। ਦੇਹੀ ਮਾਟੀ ਬੋਲੇ ਪੌਣ, ਪੌਣ ਨਹੀਂ ਤਾਂ ਬੋਲਣਾ ਨਹੀਂ, ਬੋਲਣਾ ਨਹੀਂ ਤਾਂ ਸੰਬੰਧ ਨਹੀਂ ਜੁੜ ਸਕਦੇ। ਬੋਲਣ ਨਾਲ ਹੀ ਸੰਬੰਧ ਜੁੜਦਾ ਹੈ ਸੰਸਾਰ ਨਾਲ, ਅਤੇ ਬੋਲਣ ਨਾਲ ਹੀ ਸੰਬੰਧ ਜੁੜਦਾ ਹੈ ਨਿਰੰਕਾਰ ਨਾਲ। ਬੋਲਣਹਾਰ ਪਵਨ ਗੁਰੇ ਹੀ, ਬੋਲਣਾ ਪਵਨ ਕਰਕੇ ਹੀ ਹੈ। ਤੱਤਾਂ ਵਿੱਚੋਂ ਪਰਮ ਤੱਤ ਜੋ ਹੈ ਉਹ ਪਵਨ ਹੈ, ਇਹ ਪ੍ਰਮੁੱਖ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਿਤਾ ਦਾ ਪਾਣੀ, ਮਾਤਾ ਦੀ ਮਿੱਟੀ, ਪਾਣੀ ਮੈਲਾ, ਮਾਟੀ ਗੋਰੀ। ਪਿਤਾ ਦਾ ਪਾਣੀ
ਪਵਨ ਦਾ ਸੁਮੇਲ, ਸਰੀਰ ਵਿੱਚ ਪੌਣ ਗੁਰੂ, ਸਰੀਰ ਵਿੱਚ ਪਾਣੀ ਪਿਤਾ ਔਰ ਸਰੀਰ ਵਿੱਚ ਜੋ ਧਰਤੀ ਦਾ ਹਿੱਸਾ ਹੈ ਇਹ ਮਾਂ ਹੈ। ਭਾਰਤ ਦੇਸ਼ ਵਿੱਚ ਪ੍ਰਾਚੀਨ ਕਾਲ ਤੋਂ ਧਰਤੀ ਨੂੰ ਮਾਂ ਹੀ ਕਹਿੰਦੇ ਆਏ ਨੇ। ਜਿੱਥੇ ਮਨੁੱਖ ਦਾ ਜਨਮ ਹੈ ਉਹ ਧਰਤੀ ਉਸਦੀ ਮਾਂ ਆਖੀ ਜਾਂਦੀ ਹੈ। ਐਸਾ ਇਸ ਕਰਕੇ ਆਖਿਆ ਗਿਆ ਹੈ ਕਿ ਇਹ ਜੋ ਸਰੀਰ ਦਾ ਆਕਾਰ ਹੈ, ਜਿਹੜਾ ਬੁੱਢਾ ਹੈ ਉਹ ਉਸ ਤੋਂ ਪਹਿਲਾਂ ਜਵਾਨ ਸੀ, ਜਵਾਨ ਤੋਂ ਪਹਿਲਾਂ ਬੱਚਾ ਸੀ, ਕੁਝ ਦਿਨ ਪਹਿਲੇ ਮਾਸ ਦਾ ਲੋਥੜਾ ਸੀ, ਜੋ ਮਾਸ ਦਾ ਲੋਥੜਾ ਸੀ ਉਹ ਪਹਿਲਾਂ ਬਿੰਦ ਸੀ, ਜੋ ਬਿੰਦ ਸੀ ਉਹ ਖੂਨ ਸੀ, ਜੋ ਖੂਨ ਸੀ ਉਹ ਖੁਰਾਕ ਸੀ, ਜੋ ਖੁਰਾਕ ਸੀ ਕੁਝ ਦਿਨ ਪਹਿਲੇ ਮਿੱਟੀ ਸੀ। ਸੰਗਤ ਜੀ, ਮਿੱਟੀ ਮੂਲ ਹੈ ਸਰੀਰ ਦਾ। ਮਿੱਟੀ ਯਾਤਰਾ ਤੇ ਚਲੀ ਗਈ, ਕਬੀਰਾ ਧੂੜ ਸकेल के पुरिया बांधी दे, दिवस चार को पेखना अंत खे की खे। इस प्रकार ਸਰੀਰ ਦਾ ਮੂਲ ਤੱਤ ਧਰਤੀ ਹੈ, ਇਸ ਵਿੱਚ ਪਾਣੀ ਹੈ। ਤਾਂ ਕਿ ਇਸ ਮਿੱਟੀ ਵਿੱਚ ਹਰਕਤ ਹੋਵੇ, ਪਾਣੀ ਅਤੇ ਮਿੱਟੀ ਦਾ ਸੰਬੰਧ ਜੋੜਿਆ ਹੈ ਪਵਨ ਨੇ। ਇਹਨਾਂ ਦੋਨਾਂ ਦਾ ਸੰਬੰਧ ਜੋੜਿਆ ਹੈ ਪਵਨ ਨੇ। ਜਿਹੜਾ ਸੰਬੰਧ ਜੋੜੇ ਉਹ ਗੁਰੂ ਹੈ। ਸਰੀਰ ਵਿੱਚ ਸਵਾਸਾਂ ਨੇ ਸੰਬੰਧ ਜੋੜ ਕੇ ਰੱਖਿਆ ਹੈ ਸਾਰੇ ਤੱਤਾਂ ਦਾ। ਇਸ ਵਾਸਤੇ ਤੱਤਾਂ ਵਿੱਚੋਂ ਇਹ ਗੁਰੂ ਹੈ। ਗੁਰੂ ਆਤਮਾ ਨੂੰ ਪਰਮਾਤਮਾ ਨਾਲ ਜੋੜ ਕੇ ਰੱਖਦਾ ਹੈ। ਇਸ ਵਾਸਤੇ ਉਹ ਸ਼ਬਦ ਜਿਸ ਨੂੰ ਬੋਲਦਿਆਂ ਪਰਮਾਤਮਾ ਨਾਲ ਸੰਬੰਧ ਜੁੜ ਜਾਏ ਉਹ ਗੁਰੂ ਹੈ। ਸ਼ਬਦ ਦੀ ਉਤਪਤੀ ਪਵਨ ਤੋਂ ਹੈ। ਸ਼ਬਦ ਨਾਲ ਹੀ ਸੰਬੰਧ ਜੁੜਦਾ ਹੈ ਸੰਸਾਰ ਨਾਲ, ਪਰ ਜੋ ਨਿਰੰਕਾਰ ਨਾਲ ਜੋੜਦਾ ਹੈ ਸੰਗਤ ਜੀ ਉਹ ਹੈ ਗੁਰ ਸ਼ਬਦ। ਪਵਨ ਗੁਰੂ ਹੈ, ਪਾਣੀ ਪਿਤਾ ਹੈ, ਧਰਤੀ ਮਾਂ ਹੈ। ਇਸ ਸਰੀਰ ਵਿੱਚ ਗੁਰੂ ਪਿਤਾ ਅਤੇ ਮਾਤਾ ਵਿਦਿਆਮਾਨ ਹੈ। ਦਿਵਸ ਰਾਤ ਦੋਏ ਦਾਈ ਦਾਇਆ। ਦਿਨ ਤੇ ਰਾਤ ਖਿਡਾਵੇ ਨੇ। ਜੋ ਕੁਝ ਵੀ ਮਨੁੱਖ ਕਰਦਾ ਹੈ ਉਹ ਦਿਨ ਅਤੇ ਰਾਤ ਵਿੱਚ ਹੀ ਕਰਦਾ ਹੈ। ਰਾਤ ਨੂੰ ਜੀਵ ਵਿਸ਼ਰਾਮ ਕਰਦੇ ਨੇ, ਦਿਨ ਨੂੰ ਕੰਮ ਕਰਦੇ ਨੇ, ਚੌਕ ਚੁੱਕਦੇ ਨੇ। ਇਸ ਪ੍ਰਕਾਰ ਦਿਨ ਤੇ ਰਾਤ ਮਨੁੱਖ ਨੂੰ ਬਿਜ਼ੀ ਰੱਖਦੇ ਨੇ। ਖਿਡਾਵੇ ਦਾ ਕੰਮ ਹੈ ਬੱਚੇ ਨੂੰ ਖੇਡ ਵਿੱਚ ਲੀਨ ਰੱਖਣਾ। ਦਾਇਆ ਦਿਨ ਹੈ, ਇਹ ਬੱਚੇ ਨੂੰ ਖਿਡਾਉਂਦਾ ਹੈ ਅਤੇ ਦਾਈ ਲੋਰੀ ਦੇ ਕੇ ਬੱਚੇ ਨੂੰ ਸੁਲਾ ਦਿੰਦੀ ਹੈ। ਦਿਨ ਦਾਇਆ ਹੈ। ਦਿਨ ਦਾਇਆ ਹੈ ਕਿਉਂਕਿ ਸਾਰੀ ਭੱਜ ਦੌੜ ਦਿਨ ਨੂੰ ਹੀ ਹੁੰਦੀ ਹੈ। ਰਾਤ ਦਾਈ ਹੈ, ਵਿਸ਼ਰਾਮ ਦਿੰਦੀ ਹੈ। ਖੇਲ ਹੈ ਸਗਲ ਜਗਤ, ਇਹਦੇ ਵਿੱਚ ਹੀ ਸਾਰੇ ਸੰਸਾਰ ਦੇ ਜੀਵ ਖੇਡ ਰਹੇ ਹਨ। ਚੰਗਿਆਈਆਂ ਬੁਰੀਆਈਆਂ ਵਾਚੈ ਧਰਮ ਹਦੂਰ। ਜੀਵਾਂ ਦੀਆਂ ਚੰਗਿਆਈਆਂ ਨੇ, ਜੀਵਾਂ ਦੀਆਂ ਜਿਹੜੀਆਂ ਚੰਗਿਆਈਆਂ ਨੇ ਉਹ ਹਮੇਸ਼ਾ ਮਨੁੱਖ ਕੋਲ ਹੀ ਰਹਿੰਦੀਆਂ ਨੇ ਅਤੇ ਬੁਰਾਈਆਂ ਵੀ ਜੀਵ ਦੇ ਕੋਲ ਹੀ ਰਹਿੰਦੀਆਂ ਹਨ। ਸ਼ੁਭ ਅਤੇ ਅਸ਼ੁਭ ਉਸਦੇ ਦਰਬਾਰ ਵਿੱਚ ਧਰਮ ਦੇ ਦੁਆਰਾ ਵਾਚੇ ਜਾਂਦੇ ਹਨ। ਅਰਥਾਤ ਜੋ ਕੁਝ ਮਨੁੱਖ ਕਰਦਾ ਹੈ ਉਸ ਨੂੰ ਵਾਚਿਆ ਜਾਂਦਾ ਹੈ ਅਤੇ ਉਸਦੇ ਅਨੁਸਾਰ ਹੀ ਅਗਲੀ ਜੀਵਨ ਰੇਖਾ ਤੈਅ ਕੀਤੀ ਜਾਂਦੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਾਹਿਬ ਕਹਿੰਦੇ ਹਨ ਐਸੇ ਕਰਮ ਜਿਨ੍ਹਾਂ ਉੱਤੇ ਬੁਰਾਈ ਦੀ, ਪਾਪ ਦੀ, ਨਿੰਦਾ ਦੀ, ਚੁਗਲੀ ਦੀ, ਅਧਰਮ ਦੀ ਮੋਹਰ ਲੱਗੀ ਹੋਈ ਹੈ ਉਹ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਨ। ਅਸ਼ੁਭ ਕਰਮ ਕਰਨ ਨਾਲ ਪਰਮਾਤਮਾ ਤੋਂ ਦੂਰੀ ਬਣੀ ਰਹਿੰਦੀ ਹੈ। ਪਰ ਜਿਸ ਮਨੁੱਖ ਨੇ ਸ਼ੁਭ ਕੀਤਾ ਹੈ, ਭਲਾ ਕੀਤਾ ਹੈ, ਤਿਆਗ ਕੀਤਾ ਹੈ, ਪਰਉਪਕਾਰ ਕੀਤਾ ਹੈ ਉਹ ਪਰਮਾਤਮਾ ਦੇ ਨੇੜੇ ਹੈ ਅਤੇ ਐਸੇ ਮਨੁੱਖ ਦਾ ਸੰਸਾਰ ਵਿੱਚ ਸਨਮਾਨ ਹੁੰਦਾ ਹੈ। ਦੂਰੀ ਦੁੱਖ ਹੈ, ਨੇੜਤਾ ਸੁਖ ਹੈ। ਦੂਰੀ ਗਰੀਬੀ ਹੈ, ਨੇੜਤਾ ਅਮੀਰੀ ਹੈ। ਦੂਰੀ ਨਰਕ ਹੈ, ਨੇੜਤਾ स्वर्ग है। दूरी अंधकार है, नेड़ता प्रकाश है। दूरी संसार है, नेड़ता निरंकार है। जो मनुष्य जितना परमात्मा के नेड़े जाएगा उतना ही
प्रकाशित हो जाएगा। जो व्यक्ति परमात्मा तो दूर है, उसकी नेड़ता माँ प्यो भरा दोस्तां नाल भी नहीं होएगी। वो सब तो दूर हो जाता है, अर्थात जिहड़ा केंद्र बिंदु परमात्मा तो दूर है वो सारिਆਂ तो दूर होएगा। शेख सादी साहब का कहना है, अमानत उसनूं सौंपनी चाहिदी है जो खुदा दे नेड़े होए, परमात्मा दे नेड़े होवे। जिहड़ा परमात्मा दे नेड़े नहीं वो ईमानदार नहीं, वो बेईमान होएगा। कर्मी आपो अपनी के नेड़े के दूर, किरत कर्म के विछड़े कर कृपा मेल हो राम। कर्म करके ही जीव परमात्मा दे नेड़े है और कर्म करके ही जीव परमात्मा तो दूर है। जो दूर है वो पापी है, जो नेड़े है वो धर्मी है। जिन्नी नाम ते आया गए मशक्कत काल। साहब कहते हैं जिन्होंने नाम की आराधना की थी उन्होंने अपनी मेहनत सफल कर ली। कालना विचों सब तो वड्डी कालना है परमात्मा दे नेड़े जाना। ये कालना हो सकती है जाके सिमरन सब किछ पाई है बिरथी काल ना जाई। जिस मनुख की सुरत शब्द विच जुड़ गई उसकी कालना सफल हो जाती है। जगत विच जितनी भी कालना है सब तो वड्डी कालना है वाहिगुरु 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 आख के अपनी सुरत नूं अकाल पुरख नाल जोड़ना। इस सब तो वड्डी कालना का फल की है संगत जी? इसका फल है परमात्मा का मिलाप। परमात्मा का फल कैसा है? फल है परम आनंद, परम शांति, परम रस, परम हलेमी। नानक ते मुख उजले केती छुट्टी नाल। साहब कहते हैं मुख उन्हां दे पवित्र पावन होंदे हन जिन्हां ने परमात्मा विच ध्यान जोड़िया है। मुख पानी नाल साबण नाल पवित्र नहीं हुंदा। अंदर दा क्रोध मुखड़े ते प्रगट होता है, अंदर दी वासना मुखड़े ते प्रगट होती है, अंदर दा झूठ मुखड़े ते प्रगट होता है। पर जिन्हां ने नाम जपया है, सिमरन किया है, साहेब कहते हैं गुजड़ा लधम लाल मथे ही प्रगट थिया। जिन्हां ने नाम जपया है, साहेब कहते हैं इन्हां नाम जपण वालियां दे नेड़े कोई बैठ जाए तां उन्हां दे भी मुखड़े उजागर हो जाते हैं। संगत जी, ये सारी सेवा पंथ दे महान विद्वान भाई साहब भाई करम सिंह जी के उदम नाल होई। आपने अपने जीवन नूं गुरमत के अनुसार ढालिया होया है। जिथे आप महान विद्वान ने उथे हलीमी, सादगी, सदाचार नाल भरिया होया आपका जीवन है। आप श्रोमणी गुरुद्वारा प्रबंधक कमेटी प्रचारक की सेवा निभा रहे हैं। संगत जी, समाज नूं भाई साहब जी के उत्ते माण है। आप जिथे विद्वान हैं, ऐसे विद्वान हैं जो IIM वर्गी संस्था विच जाके लैक्चर की सेवा करते हैं। आप नूं विद्या दे नाल कौम दे नाल इतना प्यार है कि आप अपने बेटे गुरशेर सिंह नूं जिन्हों ने BTech MBA किया है, UPSC की तैयारी करा रहे हैं ताकि बच्चा IAS बन के कौम और समाज का नाम रोशन कर सके। संगत जी, आप सारिਆਂ ਦੇ चरणों ਵਿੱਚ बेनती है कि आप सारिਆਂ ने इस बच्चे की सफलता वास्ते अरदास करनी है, क्योंकि बिरथी कदे न होवई जन की अरदास नानक जोर गोबिंद का पूर्ण गुणदास। इस बच्चे वास्ते अरदास करना। वाहिगुरु इसनूं सफलता बख्शे, भुलां चुकाने माफ़ी। वाहिगुरु जी का खालसा, वाहिगुरु जी की फतेह।